हाँ जी, साਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਇੰਦਰਜੀਤ ਸਰੋਜ, ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾ ਰੂਪਨਗਰ ਤੋਂ। ਅੱਜ ਸਾਇੰਸ ਦਾ ਜਿਹੜਾ ਹੈ ਉਹ ਅਸੀਂ 7ਵੀਂ ਜਮਾਤ ਦਾ ਜਿਹੜਾ ਹੈ ਉਹ ਫਸਟ ਚੈਪਟਰ ਨਿਊਟ੍ਰੀਸ਼ਨ ਇਨ ਪਲਾਂਟਸ ਨੂੰ ਜਿਹੜਾ ਹੈ ਲੈ ਕੇ ਉਹ ਆਏ ਹਾਂ। ਅਤੇ ਨਿਊਟ੍ਰੀਸ਼ਨ ਦੀ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਜੇ ਅਸੀਂ ਸਰਵਾਈਵ ਕਰਨਾ ਹੈ, ਸਾਡੇ ਕੋਲ ਜਿਹੜਾ ਹੈ ਉਹ ਰਹਿਣ ਵਾਸਤੇ ਸਾਨੂੰ ਜਿਹੜਾ ਹੈ ਇਸ ਧਰਤੀ ਦੇ ਉੱਪਰ ਆਪਣੇ ਆਪ ਨੂੰ ਜਿਹੜਾ ਹੈ ਜਿਉਂਦਾ ਰੱਖਣ ਵਾਸਤੇ ਜਿਹੜਾ ਹੈ ਆਪਣੇ ਰੋਜ਼ ਦੀਆਂ ਐਕਟੀਵਿਟੀਜ਼ ਨੂੰ ਕਰਨ ਦੇ ਲਈ ਸਾਨੂੰ ਜਿਹੜਾ ਹੈ ਉਹ ਬਹੁਤ ਸਾਰਾ ਜਿਹੜਾ ਹੈ ਉਹ ਊਰਜਾ ਜਾਂ ਐਨਰਜੀ ਦੀ ਲੋੜ ਪੈਂਦੀ ਹੈ। ਅਤੇ ਜੇ ਅਸੀਂ ਕਹੀਏ ਜੀ ਉਹ ਐਨਰਜੀ ਜਿਹੜੀ ਸਾਨੂੰ ਜਿਹੜੀ ਕਹਿੰਦੀ ਜੀ ਕੀ ਹੈ ਕਿ ਉਹ ਜਿਸ ਦੇ ਬਾਰੇ ਅਸੀਂ 6ਵੀਂ ਕਲਾਸ ਦੇ ਵਿੱਚ ਵੀ ਥੋੜ੍ਹਾ ਜਿਹਾ ਪੜ੍ਹਿਆ ਹੋਇਆ ਸੀਗਾ। ਕਿਆ ਹੈ ਇਸ ਦੇ ਬਾਰੇ? ਕਹਿੰਦੇ ਜੀ ਨਿਊਟਰੀਐਂਟਸ ਇਨ ਪਲਾਂਟਸ ਦੇ ਵਿੱਚ ਅਸੀਂ ਗੱਲ ਕਹੀਏ ਤਾਂ ਸਾਡੇ ਕੋਲ ਗੱਲ ਆਉਂਦੀ ਹੈਗੀ ਕਿ ਐਨੀਮਲ ਦੇ ਕੰਪੈਰੀਜ਼ਨ 'ਚ ਵੀ ਨਿਊਟਰੀਐਂਟਸ ਕਹਿੰਦੇ ਜੀ ਕੀ ਹੈਗੇ ਹੈ ਜੀ ਕੰਪੋਨੈਂਟਸ ਲਾਈਕ ਅ ਕਾਰਬੋਹਾਈਡਰੇਟਸ, ਪ੍ਰੋਟੀਨ, ਫੈਟ, ਵਿਟਾਮਿਨਸ ਐਂਡ ਮਿਨਰਲਸ ਐਜ਼ ਫੂਡ ਆਰ ਨੈਸੈਸਰੀ ਫॉर ਆਵਰ ਬੋਡੀ। ਅਤੇ ਕਹਿੰਦੇ ਜੀ ਨਿਊਟਰੀਐਂਟਸ ਕਿਆ ਹੈਗੇ ਹੈ, ਨਿਊਟਰੀਐਂਟਸ ਦੇ ਵਿੱਚ ਜਾਂ ਪੋਸ਼ਕ ਤੱਤ ਕਿਆ ਹੈ? ਘਟਕ ਜਿਵੇਂ ਕਿ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਵਿਟਾਮਿਨ ਅਤੇ ਖਣਿਜ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ, ਉਸ ਨੂੰ ਅਸੀਂ ਪੋਸ਼ਕ ਤੱਤ ਕਹਿੰਦੇ ਹਾਂ। ਠੀਕ ਹੈ ਜੀ ਗੱਲ। ਅਤੇ ਇਸ 'ਤੇ ਸਾਡੇ ਕੋਲ ਅਗਲੀ ਗੱਲ ਆਉਂਦੀ ਹੈਗੀ ਹੈ ਉਹ ਹੈ ਜੀ ਨਿਊਟ੍ਰੀਸ਼ਨ ਜਿਹੜਾ ਹੈ ਉਹ ਸਾਡੇ ਲਈ ਜਿਹੜਾ ਹੈ ਸਾਡਾ ਜਿਹੜਾ ਹੈ ਉਹ ਮੇਨ ਸੋਰਸ ਸਾਡੇ ਵਾਸਤੇ ਕਹਿੰਦੇ ਜੀ ਕੀ ਹੈ ਉਹ ਪਲਾਂਟਸ ਹੈਗੇ ਜੀ। ਪਲਾਂਟਸ ਦੀ ਜੇ ਅਸੀਂ ਜੇ ਗੱਲ ਕਰੀਏ ਤਾਂ ਕਹਿੰਦੇ ਜੀ ਸਾਨੂੰ ਜਿਹੜਾ ਹੈ ਪਲਾਂਟਸ ਤੋਂ ਜਿਹੜਾ ਹੈ ਉਹ ਕਿਆ ਮਿਲਦਾ ਹੈ? ਕਹਿੰਦੇ ਜੀ ਨਿਊਟ੍ਰੀਸ਼ਨ ਬਾਰੇ it is a mode of taking food by organism and its utilization by body। ਨਿਊਟ੍ਰੀਸ਼ਨ ਕੀ ਕਹਿ ਰਿਹਾ ਹੈ ਜੀ? ਪੋਸ਼ਣ ਕੀ ਹੈ ਕਿ ਸਜੀਵਾਂ ਦੁਆਰਾ ਭੋਜਨ ਗ੍ਰਹਿਣ ਕਰਨ ਅਤੇ ਇਸ ਦੀ ਵਰਤੋਂ ਦੀ ਵਿਧੀ ਨੂੰ ਪੋਸ਼ਣ ਕਿਹਾ ਜਾਂਦਾ ਹੈ। ਜੋ ਕੁਛ ਵੀ ਅਸੀਂ ਖਾ ਰਹੇ ਹਾਂ ਅਤੇ ਸਾਡਾ ਸਰੀਰ ਜਿਹੜਾ ਹੈ ਉਸ ਨੂੰ ਕਿਸ ਤਰ੍ਹਾਂ ਵਰਤ ਰਿਹਾ ਹੈ। ਠੀਕ ਹੈ ਜੀ। ਅਤੇ ਇਸ ਦੇ ਸਾਡੇ ਕੋਲ ਜਿਹੜਾ ਹੈ ਗੱਲ ਅਗਲੀ ਆਉਂਦੀ ਹੈਗੀ ਹੈ ਇਸ ਟੋਪਿਕ ਦੇ ਵਿੱਚ ਜੋ ਹੈ ਉਹ ਹੈ ਜੀ ਸਵੈ ਪੋਸ਼ਣ। ਪਲਾਂਟਸ ਦੀ ਅਸੀਂ ਗੱਲ ਕਰਦੇ ਪਏ ਹਾਂ ਤਾਂ ਪਲਾਂਟਸ ਦੇ ਵਿੱਚ ਸਵੈ ਪੋਸ਼ਣ ਕੀ ਕਹਿੰਦਾ ਹੈ? ਆਟੋਟ੍ਰੋਫਸ ਕਿਆ ਹੈਗੇ ਹੈ? ਮੋਡ ਆਫ ਨਿਊਟ੍ਰੀਸ਼ਨ ਇਨ ਵਿਚ ਆਰਗੈਨਿਜ਼ਮ ਮੇਕ ਫੂਡ ਦੈਮਸੈਲਫ। ਸਵੈ ਪੋਸ਼ਣ ਕੀ ਮਤਲਬ ਹੈ ਕਿ ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਆਪਣਾ ਭੋਜਨ ਖੁਦ ਬਣਾਉਂਦੇ ਹਨ, ਜਿਵੇਂ ਪੌਦੇ ਜਾਂ ਕਾਈਆਂ ਹੋ ਗਈਆਂ ਕੁਛ ਕਿਸਮ ਦੀਆਂ। ਸੋ ਇਹ ਹੈ ਸਵੈ ਪੋਸ਼ਣ ਜਾਂ ਆਟੋਟ੍ਰੋਫ ਕਿ ਜੋ ਆਪਣਾ ਭੋਜਨ ਆਪ ਬਣਾਉਂਦੇ ਨੇ। ਉਸ ਤੋਂ ਬਾਅਦ ਆਉਂਦੇ ਨੇ ਜੀ ਹੈਟਰੋਟ੍ਰੋਫਸ ਜਾਂ ਪਰਪੋਸ਼ੀ। ਹੈਟਰੋਟ੍ਰੋਫਸ ਕਿਆ ਹੁੰਦੇ ਨੇ ਜੀ? ਐਨੀਮਲਸ ਐਂਡ ਮੋਸਟ ਆਰਗੈਨਿਜ਼ਮਸ ਟੇਕ ਇਨ ਰੈਡੀਮੇਡ ਫੂਡ ਪ੍ਰੀਪੇਅਰਡ ਬਾਏ ਦ ਪਲਾਂਟ। ਜਾਂ ਪਰਪੋਸ਼ੀ ਜੰਤੂ ਅਤੇ ਕਈ ਹੋਰ ਜੀਵ ਪੌਦਿਆਂ ਦੁਆਰਾ ਬਣੇ ਬਣਾਏ ਭੋਜਨ ਗ੍ਰਹਿਣ ਕਰਦੇ ਹਨ, ਜਿਵੇਂ ਮਨੁੱਖ ਹੈ। ਸੋ ਇਹ ਕਹਿੰਦੀ ਜੀ ਕੀ ਹੈਗੀ? ਪਰਪੋਸ਼ੀ। ਆਪਣੇ ਕੋਲ ਜਿਹੜਾ ਹੈ ਇਹ ਪ੍ਰਸ਼ਨ ਵੀ ਆਉਂਦਾ ਹੈ ਕਈ ਵਾਰੀ ਕਿ ਸਵੈ ਪੋਸ਼ੀ ਅਤੇ ਪਰਪੋਸ਼ੀ ਦੇ ਵਿੱਚ ਕਿਆ ਅੰਤਰ ਹੈ। ਨੈਕਸਟ ਹੈ ਜੀ ਫੋਟੋਸਿੰਥੇਸਿਸ ਜਿਹੜੀ ਹੈਗੀ ਪੌਦਿਆਂ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਪ੍ਰਕਿਰਿਆ ਹੈ। ਅਤੇ ਜੇਕਰ ਅਸੀਂ ਗੱਲ ਕਰੀਏ ਫੋਟੋਸਿੰਥੇਸਿਸ ਨੂੰ ਲੈ ਕੇ ਤਾਂ ਕਹਿੰਦੇ ਜੀ ਸਾਡੇ ਕੋਲ ਚਿੱਤਰ ਆਉਂਦਾ ਹੈ। ਚਿੱਤਰ ਕੀ ਕਹਿ ਰਿਹਾ ਹੈ ਕਿ ਇੱਕ ਡਾਇਗਰਾਮ 'ਚ ਇੱਥੇ ਦਿਖਾਇਆ ਜਾ ਰਿਹਾ ਹੈ ਇੱਕ ਪੌਦਾ ਹੈ। ਇੱਥੇ ਜਿਹੜਾ ਹੈ ਸੂਰਜ ਦਾ ਪ੍ਰਕਾਸ਼ ਜਦੋਂ ਜਿਹੜਾ ਹੈ ਪੌਦੇ ਦੇ ਉੱਪਰ ਪੈਂਦਾ ਹੈ ਤਾਂ ਵਾਤਾਵਰਣ ਦੇ ਵਿੱਚੋਂ ਕਾਰਬਨ ਡਾਈਆਕਸਾਈਡ CO2 ਨੂੰ ਜਿਹੜਾ ਹੈ ਉਹ ਪੌਦੇ ਲੈਂਦੇ ਨੇ ਅਤੇ ਧਰਤੀ ਤੋਂ ਜਿਹੜਾ ਹੈ ਪਾਣੀ ਅਤੇ ਖਣਿਜ ਵਾਟਰ ਐਂਡ ਮਿਨਰਲਸ ਲੈਂਦੇ ਨੇ। ਅਤੇ ਕਲੋਰੋਫਿਲ ਨਾਮ ਦਾ ਵਰਣਕ ਜਿਹੜਾ ਹੈ ਉਹ ਇਹਦੇ ਪੱਤਿਆਂ ਦੇ ਵਿੱਚ ਹੁੰਦਾ ਹੈ, ਜਿਸ ਦੇ ਵਿੱਚ ਜਿਹੜਾ ਹੈ ਇਹ ਪ੍ਰਕਾਸ਼ ਸੰਸਲੇਸ਼ਣ ਕਿਰਿਆ ਹੁੰਦੀ ਹੈ। ਅਤੇ ਪੌਦੇ ਉਸ ਦੇ ਕਿਰਿਆ ਦੇ ਦੌਰਾਨ ਕਾਰਬਨ ਡਾਈਆਕਸਾਈਡ ਪਾਣੀ ਖਣਿਜ ਤੋਂ ਜਿਹੜਾ ਹੈ ਲੈ ਕੇ ਬਣਾਉਂਦੇ ਨੇ ਅਤੇ ਆਕਸੀਜਨ ਨੂੰ ਜਿਹੜਾ ਹੈ ਉਹ ਛੱਡਦੇ ਨੇ। ਜੇ ਆਪਾਂ ਇਸ ਐਰੋ ਨੂੰ ਦੇਖੀਏ ਤਾਂ ਕਾਰਬਨ ਡਾਈਆਕਸਾਈਡ ਦਾ ਜਿਹੜਾ ਐਰੋ ਹੈ ਉਹ ਪੱਤਿਆਂ ਦੇ ਵੱਲ ਨੂੰ ਆ ਰਿਹਾ ਹੈ, ਜਦਕਿ ਪੱਤਿਆਂ ਤੋਂ ਬਾਹਰ ਵੱਲ ਨੂੰ ਜਿਹੜਾ ਐਰੋ ਆ ਰਿਹਾ ਹੈ ਉਹ ਆਕਸੀਜਨ ਦਾ ਆ ਰਿਹਾ ਹੈ। ਇਸ ਦਾ ਮਤਲਬ ਕੀ ਹੈ ਕਿ ਜਿਹੜਾ ਆਕਸੀਜਨ ਹੈ ਉਹ ਬਾਹਰ ਨਿਕਲ ਰਹੀ ਹੈ ਅਤੇ ਕਾਰਬਨ ਡਾਈਆਕਸਾਈਡ ਜਿਹੜੀ ਹੈ ਉਹ ਅੰਦਰ ਜਾ ਰਹੀ ਹੈ। ਪੌਦੇ ਜਿਹੜੇ ਨੇ ਉਹ ਕਾਰਬਨ ਡਾਈਆਕਸਾਈਡ ਨੂੰ ਲੈਂਦੇ ਨੇ ਅਤੇ ਆਕਸੀਜਨ ਨੂੰ ਛੱਡਦੇ ਨੇ। ਤਾਂ ਇਸ ਵਿਧੀ ਨੂੰ ਅਸੀਂ ਬੋਲਦੇ ਹਾਂ ਜੀ ਫੋਟੋਸਿੰਥੇਸਿਸ। ਅਤੇ ਇਸ ਦੇ ਵਿੱਚ ਸਾਡੇ ਕੋਲ ਜਿਹੜੀ ਅਗਲੀ ਚੀਜ਼ ਆਉਂਦੀ ਹੈਗੀ ਇਸ ਦੇ ਨਾਲ ਹੀ ਉਹ ਹੈ ਇੱਕ ਬੜੀ ਇੰਪੋਰਟੈਂਟ ਚੀਜ਼, ਉਹ ਹੈ ਜੀ ਸਟੋਮੈਟਾ। ਪੱਤਿਆਂ ਦੇ ਵਿੱਚ ਜਿਹੜਾ ਹੈ ਉਹ ਸਟੋਮੈਟਾ ਹੁੰਦਾ ਹੈ। ਸਟੋਮੈਟਾ ਜਿਹੜਾ ਹੈ ਉਹ ਪਾਣੀ ਦਾ ਜਿਹੜਾ ਹੈ ਉਹ ਕੰਟਰੋਲ ਪੱਤਿਆਂ ਦੇ ਵਿੱਚ ਕਰਨ ਦਾ ਕੰਮ ਕਰਦਾ ਹੈ।
ਤੇ ਇਹ ਜਿਹੜਾ ਹੈ ਇਸ ਲਈ ਵੀ ਇੰਪੋਰਟੈਂਟ ਹੋ ਜਾਂਦਾ ਹੈ। ਸੋ ਫੋਟੋਸਿੰਥੇਸਿਸ ਕਹਿੰਦੇ ਜੀ ਕੀ ਹੈ, ਸਿੰਥੇਸਿਸ ਆਫ ਫੂਡ ਬਾय यूजिंग CO2 मतलब कि कार्बन डाइऑक्साइड एंड वाटर इन ਪ੍ਰੈਜ਼ੈਂਸ ਆਫ ਸਨਲਾਈਟ, ਸੂਰਜ ਦੇ ਮੌਜੂਦਗੀ ਦੇ ਵਿੱਚ। ਜਾਂ ਫਿਰ ਅਸੀਂ ਇੰਜ ਵੀ ਕਹਿ ਸਕਦੇ ਹਾਂ, ਭੋਜਨ ਨੂੰ ਕਾਰਬਨ ਡਾਈਆਕਸਾਈਡ ਅਤੇ ਪਾਣੀ ਦੀ ਵਰਤੋਂ ਕਰਕੇ ਸੂਰਜ ਦੇ ਪ੍ਰਕਾਸ਼ ਦੀ ਮੌਜੂਦਗੀ ਵਿੱਚ ਬਣਾਉਣਾ ਜਾਂ ਸੰਸਲੇਸ਼ਣ ਦੀ ਵਿਧੀ ਹੈ ਪ੍ਰਕਾਸ਼ ਸੰਸਲੇਸ਼ਣ। ਠੀਕ ਹੈ ਜੀ ਗੱਲ। ਉਸ ਤੋਂ ਬਾਅਦ ਆਉਂਦੀ ਹੈ ਜੀ ਅਗਲੀ ਗੱਲ, ਉਹ ਹੈ ਇਨਸੈਕਟੀਵੋਰਸ ਪਲਾਂਟ। ਇਨਸੈਕਟੀ ਮਤਲਬ ਕੀਟ ਖਾਣ ਵਾਲੇ ਪਲਾਂਟ। ਅਸੀਂ ਹੁਣ ਤੱਕ ਸੁਣਿਆ ਹੈ, ਆਮ ਕਰਕੇ ਦੇਖਦੇ ਹਾਂ ਕਿ ਜਿਹੜੇ ਮਨੁੱਖ ਨੇ ਉਹ ਜਿਹੜਾ ਹੈ ਉਹ ਮਾਸਾਹਾਰੀ ਹੁੰਦਾ ਹੈ, ਪਰ ਜਿਹੜੀ ਅਸੀਂ ਆਪਣੇ ਆਲੇ ਦੁਆਲੇ ਜੇ ਦੇਖੀਏ ਤਾਂ ਸਾਡਾ ਜਿਹੜਾ ਹੈ ਕੁਦਰਤ ਹੈ ਉਹਦੇ 'ਚ ਬਹੁਤ ਸਾਰੀਆਂ ਵਿਭਿੰਨਤਾਵਾਂ, ਜਿਵੇਂ ਅਸੀਂ ਗੱਲ ਕਰਦੇ ਹਾਂ ਉਹਦੇ 'ਚ ਸਾਡੇ ਕੋਲ ਨਿਕਲ ਗੱਲ ਆਉਂਦੀ ਹੈ ਜੀ। ਇੱਕ ਇਹ ਵੀ ਵਿਭਿੰਨਤਾ ਹੈ ਕਿ ਕੁਝ ਜਿਹੜੇ ਪੌਦੇ ਨੇ ਉਹ ਵੀ ਜਿਹੜਾ ਹੈ ਉਹ ਕੀੜੇ ਮਕੌੜਿਆਂ ਨੂੰ ਖਾਣ ਦਾ ਕੰਮ ਕਰਦੇ ਨੇ। ਜਿਸ ਤਰ੍ਹਾਂ ਤੁਸੀਂ ਹੁਣ ਇਸ ਵੇਲੇ ਡਾਇਗਰਾਮ ਦੇਖ ਰਹੇ ਹੋ, ਇੱਥੇ ਇੱਕ ਪਿਕਚਰ ਪਲਾਂਟ ਜਿਹੜਾ ਹੈ ਉਹ ਘੜਾ ਬੂਟੀ ਦਾ ਜਿਹੜਾ ਹੈ ਉਹ ਚਿੱਤਰ ਬਣਿਆ ਹੋਇਆ ਹੈ। ਇਸ ਦੇ ਵਿੱਚ ਜਿਹੜਾ ਹੈ ਇਹ ਇੱਕ ਡਾਇਗਰਾਮ ਇਹਨਾਂ ਨੇ ਵੱਡੀ ਦਿਖਾਈ ਹੋਈ ਹੈਗੀ ਕਿ ਇਹ ਘੜੇ ਵਰਗੀ ਆਕਾਰ ਹੈ, ਅਤੇ ਇਹ ਲਿਡ ਜਿਹੜਾ ਇਸਦਾ ਢੱਕਣ ਹੈ ਕਿ ਜਦੋਂ ਕੀੜੇ ਮਕੌੜੇ ਜਿਹੜੇ ਨੇ ਇਸ ਦੀ ਉੱਪਰਲੀ ਸਤ੍ਹਾ ਦੇ ਉੱਪਰ ਆ ਕੇ ਬੈਠ ਜਾਂਦੇ ਨੇ ਤਾਂ ਜਿਹੜਾ ਇਹ ਲਿਡ ਹੈ, ਜੋ ਢੱਕਣ ਹੈ, ਇਹ ਇਸ ਨੂੰ ਜਿਹੜਾ ਹੈ ਬੰਦ ਕਰ ਲੈਂਦਾ ਹੈ, ਅਤੇ ਜਿਸ ਤੋਂ ਬਾਅਦ ਜਿਹੜਾ ਹੈ ਕੀੜੇ ਨੂੰ ਅੰਦਰ ਹੀ ਮਾਰ ਕੇ ਉਸ ਦੇ ਜਿਹੜਾ ਹੈ ਪੋਸ਼ਕ ਤੱਤ ਉਹਦੇ 'ਚੋਂ ਚੂਸ ਲਏ ਜਾਂਦੇ ਨੇ, ਅਤੇ ਜਿਹੜਾ ਹੈ ਪੌਦਾ ਆਪਣੇ ਵਾਸਤੇ ਇਸ ਨੂੰ ਵਰਤਦਾ ਹੈ। ਤਾਂ ਅਜਿਹੇ ਅਸੀਂ ਪੌਦਿਆਂ ਨੂੰ ਕੀ ਕਹਿੰਦੇ ਹਾਂ? These are a few plants which can trap insects and digest such insect eating plants are called insectivorous plant। ਤੇ ਕਹਿੰਦੇ ਜੀ ਕੀ ਹੈ ਇਹ ਕੀਟ ਖਾਣ ਵਾਲੇ ਪੌਦੇ? ਮਤਲਬ ਕੁਝ ਪੌਦੇ ਕੀਟਾਂ ਨੂੰ ਫੜਦੇ ਹਨ ਅਤੇ ਉਹਨਾਂ ਨੂੰ ਪਚਾ ਜਾਂਦੇ ਹਨ। ਕੀਟਾਂ ਨੂੰ ਖਾਣ ਵਾਲੇ ਪੌਦੇ ਨੂੰ ਕੀਟ ਆਹਾਰੀ ਪੌਦੇ ਆਖਦੇ ਹਨ। ਠੀਕ ਹੈ ਜੀ ਗੱਲ। ਸੋ ਇਸ ਪਾਰਟ ਦਾ ਜਿਹੜਾ ਸਾਡੇ ਕੋਲ ਜਿਹੜਾ ਅਗਲੀ ਹੈ ਟਰਮ ਹੈ ਉਹ ਹੈ ਜੀ ਪੈਰਾਸਾਈਟ। ਕਹਿੰਦੇ ਜੀ ਪੈਰਾਸਾਈਟ ਕਿਆ ਹੁੰਦੇ ਨੇ? ਕਹਿੰਦੇ ਜੀ ਪੈਰਾਸਾਈਟ ਕਹਿੰਦੇ ਜੀ that they take valuable nutrients of host plant, ਜਿਸ ਦੇ ਸਰੀਰ ਦੇ ਉੱਪਰ ਇਹ ਰਹਿੰਦੇ ਨੇ, ਤੇ ਉਸ ਦੇ ਵਿੱਚੋਂ ਜਿਹੜੇ ਨੇ ਪੋਸ਼ਕ ਵੈਲਿਊਏਬਲ ਕੰਮ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਜਿਹੜਾ ਹੈ ਉਹ ਚੂਸ ਲੈਂਦੇ ਨੇ। ਪਰਜੀਵੀ ਕੁਝ ਪੌਦੇ ਮੇਜ਼ਬਾਨ ਪੌਦੇ ਤੋਂ ਜ਼ਰੂਰੀ ਪੋਸ਼ਕਾਂ ਨੂੰ ਲੈਂਦੇ ਹਨ, ਪਰਜੀਵੀ ਅਖਵਾਉਂਦੇ ਹਨ, ਜਿਵੇਂ ਕਿ ਅਮਰਵੇਲ। ਅਮਰਵੇਲ ਜਿਹੜੇ ਅਸੀਂ ਇਹ ਗੱਲ ਕੀਤੀ ਤਾਂ ਕੋਲ ਜਿਹੜਾ ਇੱਥੇ ਇੱਕ ਚਿੱਤਰ ਸਾਨੂੰ ਦਿਖ ਰਿਹਾ ਹੈ ਬੇਟਾ ਜੀ ਪਲਾਂਟ ਵਾਲਾ ਜਿਹੜਾ ਹੈ ਕਿ ਇੱਕ ਵੱਡਾ ਦਰਖਤ ਹੈ ਕੋਈ, ਅਤੇ ਉਸ ਦੇ ਉੱਪਰ ਜਿਹੜਾ ਹੈ ਤੁਸੀਂ ਇਹ ਇਸ ਵਿੱਚ ਜਿਹੜਾ ਹੈ ਦੇਖ ਸਕਦੇ ਹੋ ਲਟਕੀਆਂ ਹੋਈਆਂ ਲੰਬੀਆਂ ਜਿਹੜੀਆਂ ਜਿਹਦੇ 'ਚ ਅਮਰਵੇਲ ਦੀਆਂ ਜਿਹੜੀਆਂ ਹੈਗੀਆਂ ਉਹ ਟਾਹਣੀਆਂ ਹੈਗੀਆਂ, ਜਿਸ ਨੇ ਕਿ ਇਸ ਦੇ ਉੱਪਰ ਜਿਹੜਾ ਹੈ ਘੇਰਿਆ ਹੋਇਆ ਹੈਗਾ, ਇਸ ਦੇ ਉੱਪਰ ਰਹਿ ਰਹੀ ਹੈ। ਅਤੇ ਇਹ ਵੀ ਇੱਕ ਤਰ੍ਹਾਂ 'ਤੇ ਜਿਵੇਂ ਸਾਡੇ ਸਰੀਰ ਦੇ ਉੱਪਰ ਜਿਹੜੇ ਪਰਜੀਵੀ ਹੁੰਦੇ ਨੇ ਉਹਨਾਂ 'ਚ ਆਪਾਂ ਗੱਲ ਕਰਦੇ ਸਾਡੇ ਸਰੀਰ ਦੇ ਉੱਪਰ ਜੀ ਜੂੰ ਰਹਿੰਦੀ ਹੈ ਸਾਡੇ ਸਿਰ ਦੇ ਵਿੱਚ ਕਈ ਬੱਚਿਆਂ ਦੇ, ਕਿ ਜਿਹੜੇ ਨੇ ਉਹ ਸਾਡਾ ਸਰੀਰ ਦਾ ਜਿਹੜਾ ਹੈ ਖੂਨ ਚੂਸਦੀ ਹੈ। ਠੀਕ ਹੈ। ਅਤੇ ਉਸੇ ਤਰ੍ਹਾਂ ਕਹਿੰਦੇ ਜੀ ਕੀ ਹੈ ਕਿ ਉਹ ਇੱਕ ਪਰਜੀਵੀ ਜਿਹੜੇ ਨੇ ਉਹ ਜਿਹੜੇ ਨੇ ਉਹ ਜੰਤੂ ਹੈ। ਇੱਥੇ ਕੀ ਹੈ? ਇਹ ਅਮਰਵੇਲ ਕੀ ਹੈ? ਇੱਕ ਪਰਜੀਵੀ, ਇੱਕ ਪਲਾਂਟ ਨੇ, ਪੌਦੇ ਨੇ। ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਅੱਗੇ ਆਉਂਦੀ ਹੈ ਜੀ ਅਗਲੀ ਤਰ੍ਹਾਂ ਦੀ ਜਿਹੜਾ ਨਿਊਟ੍ਰੀਸ਼ਨ ਹੈ ਉਹ ਹੈ ਜੀ ਸੈਪਰੋਟ੍ਰੋਫਿਕ ਨਿਊਟ੍ਰੀਸ਼ਨ ਜਾਂ ਮ੍ਰਿਤ ਜੀਵੀ ਪੋਸ਼ਣ। ਕਹਿੰਦੇ ਜੀ ਕਿਆ ਹੁੰਦਾ ਹੈ ਇਹ? ਔਰਗੈਨਿਜ਼ਮਸ ਟੇਕ ਇਨ ਨਿਊਟ੍ਰੀਐਂਟ ਫਰੋਮ ਡੈਡ ਐਂਡ ਡਿਕੇਇੰਗ ਮੈਟਰ। ਮਤਲਬ ਜੀਵ ਕਿਸੇ ਮਰੇ ਹੋਏ ਜਾਂ ਸੜੇ ਹੋਏ ਪਦਾਰਥਾਂ ਤੋਂ ਪੋਸ਼ਕ ਤੱਤ ਪ੍ਰਾਪਤ ਕਰਦੇ ਹਨ। ਉਸ ਨੂੰ ਅਸੀਂ ਕਹਿ ਦਿੰਦੇ ਹਾਂ ਜੀ ਸੈਪਰੋਟ੍ਰੋਫਿਕ ਨਿਊਟ੍ਰੀਸ਼ਨ। ਅਤੇ ਸਾਡੇ ਕੋਲ ਕਹਿੰਦੇ ਜੀ ਗੱਲ ਇਸ ਜਿਹੜੀ ਹੈਗੀ ਆਉਂਦੀ ਸਾਡੇ ਕੋਲ ਉਹ ਕੀ ਹੈ? ਉਹ ਸਾਡੇ ਕੋਲ ਹੈ ਜੀ ਅਸੀਂ ਮਸ਼ਰੂਮ ਜਿਹੜਾ ਹੈ ਆਪਾਂ ਸਭ ਨੇ ਦੇਖਿਆ ਹੋਇਆ ਹੈ। ਜਿਹੜਾ ਮਸ਼ਰੂਮ ਹੈ ਕਹਿੰਦੇ ਜੀ ਕੀ ਹੈ ਕਿ ਉਹ ਗਲੀਆਂ ਸੜੀਆਂ ਚੀਜ਼ਾਂ ਦੇ ਉੱਪਰ ਹੀ ਜਿਹੜੇ ਨੇ ਉਹ ਜਿਹੜਾ ਹੈ ਉਹ ਉੱਗਦਾ ਹੈ। ਅਸੀਂ ਬ੍ਰੈਡ ਦੇ ਉੱਪਰ ਜਿਹੜਾ ਹੈ ਅਸੀਂ ਦੇਖਿਆ ਹੈ ਕਿ ਕਹਿੰਦੇ ਜੀ ਕੀ ਹੈਗੀ ਜਿਹੜੀ ਉੱਲੀ ਜੀ ਉਹਦੇ ਪਰ ਆਪਾਂ ਜਿਹੜੀ ਨਿਕਲਦੀ ਹੋਈ ਦੇਖੀ ਹੈਗੀ ਹੈ ਸਭ ਨੇ, ਅਤੇ ਉਹ ਜਿਹੜੀ ਚੀਜ਼ ਹੈ ਕਹਿੰਦੇ ਜੀ ਕੀ ਹੈ ਕਿ ਉਹ ਸੈਪਰੋਟ੍ਰੋਫਿਕ ਨਿਊਟ੍ਰੀਸ਼ਨ ਦੀ ਹੀ ਗੱਲਾਂ ਆਉਂਦੀਆਂ ਨੇ। ਕਹਿੰਦੇ ਜੀ ਹੁਣ ਸੈਪਰੋਟ੍ਰੋਫ ਕਿਆ ਹੁੰਦੇ ਨੇ ਜਾਂ ਮ੍ਰਿਤ ਆਹਾਰੀ ਪੌਦੇ ਕਿਆ ਹੁੰਦੇ ਨੇ? ਇਹਦੇ 'ਚ ਅਗਲੀ ਟਰਮ ਹੈ ਇਹ ਪਲਾਂਟਸ ਵਿਚ ਯੂਜ਼ ਸੈਪਰੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ ਆਰ ਕਾਲਡ ਸੈਪਰੋਟ੍ਰੋਫਸ। ਮਤਲਬ ਮ੍ਰਿਤ ਆਹਾਰੀ ਪੌਦੇ ਕਿਹੜੇ ਨੇ ਜੀ? ਮ੍ਰਿਤ ਜੀਵੀ ਪੋਸ਼ਣ ਪ੍ਰਣਾਲੀ ਦੀ ਵਰਤੋਂ ਕਰਨ ਵਾਲੇ ਪੌਦੇ ਮ੍ਰਿਤ ਆਹਾਰੀ ਪੌਦੇ ਉਹਨਾਂ ਨੂੰ ਆਖਦੇ ਹਨ। ਠੀਕ ਹੈ ਜੀ ਗੱਲ। ਸੋ ਜਿਹੜੇ ਕਿ ਮਰੇ ਹੋਏ ਜੀਵਾਂ ਨੂੰ ਖਾਂਦੇ ਨੇ ਉਹਨੂੰ
ਸੈਪਰੋਟ੍ਰੋਫਸ ਕਹਿੰਦੇ ਨੇ। ਸੈਪਰੋਟ੍ਰੋਫਿਕ ਨਿਊਟ੍ਰੀਸ਼ਨ ਕੀ ਹੈ ਕਿ ਉੱਥੇ ਆਰਗੈਨਿਜ਼ਮ ਟੇਕ ਕਰਦਾ ਹੈ, ਇੱਥੇ ਉਸ ਨੂੰ ਕਹਿੰਦੇ ਹਾਂ ਸੈਪਰੋਟ੍ਰੋਫਸ। ਸੋ ਇਹ ਇਸ ਪਾਰਟ ਦੀਆਂ ਜੇ ਅਸੀਂ ਗੱਲ ਕਹੀਏ ਤਾਂ ਇਹ ਸਭ ਜਿਹੜੇ ਨੇ ਉਹ ਬੇਟਾ ਕੀਵਰਡ ਸੀਗੇ ਜਿਹੜੇ ਕਿ ਆਪਾਂ ਤੁਹਾਨੂੰ ਜਿਹੜੇ ਇਸ ਟੌਪਿਕ ਦੇ ਵਿੱਚ ਕਰਵਾ ਦਿੱਤੇ ਨੇ। ਬਾਕੀ ਜਿਹੜੇ ਨੇ ਇਸ ਦੇ ਜਿਹੜੇ ਕੁਐਸਚਨ ਆਨਸਰ ਹੈਗੇ ਆ ਉਹ ਆਪਾਂ ਕੱਲ੍ਹ ਨੂੰ ਕਰਾਂਗੇ। ਸਾਰੇ ਬੱਚਿਆਂ ਨੇ ਜਿਹੜਾ ਹੈ ਇਹ ਜਿਹੜੀਆਂ ਪਰਿਭਾਸ਼ਾਵਾਂ ਤੁਹਾਨੂੰ ਦੱਸੀਆਂ ਨੇ ਇਸ ਪਾਠ ਦੀਆਂ ਸਭ ਨੇ ਚੰਗੀ ਤਰ੍ਹਾਂ ਜਿਹੜੀਆਂ ਉਹ ਤਿਆਰ ਕਰ ਲੈਣੀਆਂ ਨੇ, ਆਪਣੀ ਕਾਪੀ ਦੇ ਵਿੱਚ ਸਾਫ਼ ਲਿਖ ਲੈਣੀਆਂ ਨੇ ਸਭ ਨੇ। ਅਤੇ ਨਿਊਟ੍ਰੀਸ਼ਨ ਵਾਲੇ ਪਾਠ ਜਿਹੜੇ ਕੁਐਸਚਨ ਆਨਸਰ ਹੈਗੇ ਆ ਉਹ ਆਪਾਂ ਤੁਹਾਨੂੰ ਕੱਲ੍ਹ ਨੂੰ ਜਿਹੜਾ ਹੈ ਉਹ ਕਰਾਵਾਂਗੇ। ਥੈਂਕ ਯੂ ਸਾਰਿਆਂ ਦਾ, ਥੈਂਕ ਯੂ ਵੈਰੀ ਮੱਚ।